ਮੱਝਾਂ ਲੈਣ ਲੱਗਿਆ ਕਿਹੜੀ ਗੱਲ ਦਾ ਧਿਆਨ ਰੱਖੀਏ? ਮੱਝਾਂ ਲੈਣ ਲੱਗਿਆ ਧਿਆਨ ਰੱਖਣਾ ਤੁਸੀਂ ਇੱਕ ਤੇ ਮੱਝ ਦੇ ਥਣ ਦੇਖਣੇ ਨੇ, ਠੀਕ ਹੈ। ਫਿਰ ਉਹਨੂੰ ਚੋ ਕੇ ਵੇਖਣਾ ਪਏ ਫੁਹਾਰਾ ਤੇ ਨਹੀਂ ਮਾਰਦੀ, ਥਾਣੇ ਦਾ ਖਿਲਰਦਾ ਤੇ ਨਹੀਂ। ਯਾਨੀ ਫਿਰ ਦੱਸਿਓ ਕਿ ਉਹ ਥਣ ਫੁਹਾਰੇ ਵਾਂਗਰਾ ਪਾਟਦਾ ਪਾੜਦਾ ਉਹ ਨਾ ਹੋਏ। ਉਹ ਨਾ ਹੋਵੇ, ਅਗਰ ਉਹ ਹੋਏਗਾ ਤਾਂ ਫਿਰ ਕੀ ਹੋਏਗਾ? ਫਿਰ ਉਹ ਮੱਝ ਵਿਖਦੀ ਨਹੀਂ। ਅੱਛਾ, ਯਾਨੀ ਉਹ ਇੱਕ ਖਰਾਬੀ ਹੈ। ਉਹ ਇਹਦੇ 'ਚ ਖਰਾਬੀ ਹੈ, ਫਿਰ ਉਹ ਮੱਝ ਵਿਖਦੀ ਨਹੀਂ। ਸਹੀ ਹੋ ਗਿਆ। ਹੋਰ ਦੂਜੇ ਨੰਬਰ ਤੇ ਆ ਪਰ ਉਹਦਾ ਕੋਈ ਥਣ ਘੱਟ ਨਹੀਂ ਹੋਣਾ ਚਾਹੀਦਾ। ਘੱਟ ਤੋਂ ਮੁਰਾਦ ਮਸਲਾ ਧਾਰਾਂ ਉਹਦੀਆਂ ਘੱਟ, ਦੁੱਧ ਘੱਟ ਹੋਵੇ। ਠੀਕ ਹੋ ਗਿਆ। ਦੁੱਧ ਘੱਟ ਨਹੀਂ ਹੋਣਾ ਚਾਹੀਦਾ, ਥਣ ਉੱਚਾ ਨੀਵਾਂ ਨਹੀਂ ਹੋਣਾ ਚਾਹੀਦਾ। ਉੱਚਾ ਨਹੀਂ। ਵਪਾਰੀ ਨੇ ਮੱਝ ਸਾਹਮਣੇ ਹੁੰਦੀ ਹੈ, ਉਹਨੇ ਵੰਡਾ ਪਾਣਾ ਹੁੰਦਾ, ਮੈਂ ਇਹਨੂੰ ਟਾਈਮ ਨਾਲ ਨਵਾ ਲੈਣਾ, ਟਾਈਮ ਨਾਲ ਪੱਠੇ ਪਾਣੇ, ਅੱਛਾ ਟਾਈਮ ਨਾਲ ਚੋਣੀ, ਅੱਛਾ ਉਹਦੀ ਸਾਂਭ ਜਿਹੜੀ ਆ ਉਹਨੇ ਸਹੀ ਕਰਨੀ ਹੈ। ਠੀਕ ਹੈ। ਤੇ ਜਦੋਂ ਅੱਗੇ ਕਿਸੇ ਜ਼ਿਮੀਂਦਾਰ ਕੋਲ ਟੁਰ ਜਾਣੀ, ਉਹਨੇ ਸਵੇਰੇ ਬੰਨ੍ਹ ਛੱਡਣੀ ਹੈ, 3 ਵਜੇ ਖੋਲ ਕੇ ਪੱਠੇ ਪਾਣੇ ਨੇ, ਹਾਂ ਉਹਨੇ ਆਪਣੇ ਆਪ ਹੀ ਦੁੱਧ ਘੱਟ ਜਾਣਾ। ਬਿਲਕੁਲ ਹੋ ਗਿਆ। ਯਾਨੀ ਇੱਕ ਵਜ੍ਹਾ ਤੇ ਹੈ। ਇਹ ਵਜ੍ਹਾ। ਤੁਹਾਡੀ ਨਜ਼ਰ 'ਚ ਸਭ ਤੋਂ ਅੱਛਾ ਵੰਡਾ ਕਿਹੜਾ ਅੱਜ ਸੱਚੀ ਤੇ ਖਰੀ ਗੱਲ ਕਰਨੀ ਜੇ? ਸਭ ਤੋਂ ਅੱਛਾ ਵੰਡਾ ਕਣਕ ਤੇ ਮਕਈ, ਤੇ ਬਾਕੀ ਸਭ 2 ਨੰਬਰ। ਬਾਕੀ ਸਭ ਝੂਠ ਹੈ। ਬਾਕੀ ਸਭ ਝੂਠ ਹੈ। ਕਿਸੇ 'ਚ ਬੂਰਾ ਰਲਿਆ ਦਾ, ਕਿਸੇ 'ਚ ਫਾਕਰ ਰਲੀ ਹੈ, ਕਿਸੇ 'ਚ ਆਲੂ ਰਲੇ ਨੇ, ਕਿਸੇ 'ਚ ਸੂਰਜਮੁਖੀ ਰਲਿਆ ਦਾ, ਚੋਕਰ ਤੱਕ ਬਲਕੇ ਹਾਂ। ਔਰ ਕੋਈ ਵੰਡਾ ਨਹੀਂ, ਸਭ ਨੁਕਸਾਨ ਦੇਣੀ ਹੈ। ਬਹੁਤਾ ਮਾਲ ਬਿਮਾਰ ਹੀ ਇਹ ਵੰਡੇ ਨਾਲ ਹੁੰਦਾ। ਅੱਛਾ ਜਿਸ ਬੰਦੇ ਨੇ ਇਹ ਖਲ ਪਾਣੀ ਹੈ ਮਈਆਂ ਨੂੰ, ਹਾਂ ਮਿੱਠੀ ਖਲ, ਜੀ, ਉਹ ਤੇ ਥਣ ਵੀ ਲਾ ਜਾਂਦੀ ਹੈ ਤੇ ਮਾਲ ਵੀ ਬਿਮਾਰ ਕਰ ਛੱਡਦੀ ਹੈ। ਇਹ ਜਿਹੜੀ ਮਿੱਠੀ ਖਾ ਲੈ। ਮਿੱਠੀ ਖਲ ਹੈ ਜਿਹੜੀ। ਅੱਛਾ ਜੀ, ਹਾਂ, ਇਹ ਤੁਹਾਡੇ ਤਜਰਬੇ 'ਚ ਆਈ ਹੈ ਗੱਲ? ਸਾਡੇ ਤਜਰਬੇ 'ਚ। ਤੇ ਫਿਰ ਅਗਰ ਤੇ ਕੰਮ ਕੋ ਬੰਦਾ ਆਪਣੀ ਨੀਅਤ ਨਾਲ ਕਰੇ, ਸਹੀ ਕਰੇ, ਤੇ ਨੁਕਸਾਨ ਕੋਈ ਨਹੀਂ। ਅੱਛਾ ਹਾਂ। ਵਾਲੇਕੁਮ ਸਲਾਮ ਜੀ। ਭਾਈਜਾਨ ਕੀ ਨਾਂ ਹੈ ਤੁਹਾਡਾ? ਨਹੀਂ ਮਰਾਦਾ। ਨਈਮ ਰਜ਼ਾ ਸਾਹਿਬ, ਇਹ ਕਿਹੜਾ ਪਿੰਡ ਹੈ? ਚੱਕ ਨੋ। ਚੱਕ 9। ਤੇ ਇਹ ਕਿਹੜੇ ਇਲਾਕੇ 'ਚ ਆਉਂਦਾ ਹੈ? ਇਹ ਸਿਆਲਕੋਟ ਤੇ। ਸਿਆਲਕੋਟ ਦੇ ਇਲਾਕੇ 'ਚ ਆਉਂਦਾ ਹੈ। ਕਿੰਨੀ ਦੇਰ ਹੋ ਗਈ ਤੁਹਾਨੂੰ ਜਾਨਵਰਾਂ ਦਾ ਕੰਮ ਕਰਦਿਆਂ? ਇਹ ਮੇਰਾ ਹਾਲ ਤਕਰੀਬਨ ਹੋ ਹੀ ਗਈ ਆ ਕੋਈ 35-40 ਸਾਲ। 35-40 ਸਾਲ, ਮਾਸ਼ਾਅੱਲਾ। 35-40 ਸਾਲਾਂ ਵਿੱਚ ਤੁਸੀਂ ਇਸ ਕੰਮ ਨੂੰ ਕਿਸ ਤਰ੍ਹਾਂ ਦਾ ਪਾਇਆ? ਅੱਜ ਸੱਚੀ ਤੇ ਖਰੀ ਗੱਲ ਕਰਨੀ ਦੇ ਮੁੱਕਦੀ ਮਕਾਣੀ ਜੇ ਉਹਨਾਂ ਲੋਕਾਂ ਨੂੰ ਤੁਹਾਨੂੰ ਦੱਸਣਾ ਹੈ ਜਿਹੜੇ ਲੋਕ ਇਹ ਕੰਮ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਕਰ ਰਹੇ ਨੇ। ਤੁਹਾਡੀ ਨਜ਼ਰ 'ਚ ਕੰਮ ਅੱਛਾ ਹੈ, ਬੁਰਾ ਹੈ, ਜਾਂ ਨਫਾ ਵਾਲਾ ਹੈ, ਨੁਕਸਾਨ ਵਾਲਾ ਹੈ, ਕੀ ਹੈ? ਨਹੀਂ, ਕੰਮ ਇਹ ਅੱਛਾ ਹੈ। ਅੱਛਾ, ਨਫੇ ਵਾਲਾ ਵੀ ਹੈ, ਨੁਕਸਾਨ ਵਾਲਾ ਕੋਈ ਨਹੀਂ। ਸਹੀ ਹੈ। ਜੇ ਅੱਲਾ ਖੈਰ ਕਰੇ, ਜੇ ਅੱਲਾ ਸਾਥ ਦੇਵੇ, ਅੱਲਾ ਸਿੱਧਾ ਪਤਲਾ ਕੰਮ ਰਵੇ, ਤੇ ਕੰਮ ਨਫੇ ਵਾਲਾ, ਨੁਕਸਾਨ ਵਾਲਾ ਨਹੀਂ। ਜ਼ਿੰਦਾਬਾਦ। ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ। ਅੱਛਾ, ਇਹ ਦੱਸਿਓ, ਕਈ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ। ਕੁਝ ਲੋਕ ਕਹਿੰਦੇ ਨੇ ਜੀ ਅਸੀਂ ਡੰਗਰ ਰੱਖੇ ਤੇ ਅਸੀਂ ਜਨਾਬ ਰੁੜ ਗਏ ਤੇ ਆਪਣੇ ਪੱਲਿਓਂ ਅਸੀਂ ਵੇਚ-ਵੂਚ ਕੇ ਤੇ ਅਸੀਂ ਜਨਾਬ ਬੜੀ ਮੁਸ਼ਕਲ ਬਚੇ। ਉਹਨਾਂ ਦਾ ਨੁਕਸਾਨ ਕਿਉਂ ਹੁੰਦਾ? ਉਹ ਲੋਕ 2 ਨੰਬਰ ਕੰਮ ਕਰਦੇ ਨੇ। ਅੱਛਾ, 2 ਨੰਬਰ ਤੋਂ ਮੁਰਾਦ? 2 ਨੰਬਰ ਤੋਂ ਮੁਰਾਦ ਹੈ ਕਿ ਬੈਂਕ ਤੋਂ ਕਰਜ਼ਾ ਲੈ ਲਿਆ, ਹਾਂ, ਗਵਰਨਮੈਂਟ ਨੂੰ ਪੈਸੇ ਵਾਪਸ ਨਹੀਂ ਦਿੱਤੇ, ਕੋਈ ਅੱਗਾ ਪਿੱਛਾ ਕਰ ਛੜਿਆ, ਕੋਈ ਮਾਰ ਛੜੀਆਂ, ਕੋਈ ਇੰਜ ਕਰ ਛੜਿਆ, ਕੋਈ ਨਹੀਂ ਕਰ ਛੜਿਆ। ਇੱਕ ਤੇ ਵਜ੍ਹਾ ਇਹ ਹੋ ਗਈ। ਬਾਹਰ ਨੁਕਸਾਨ ਨਹੀਂ ਹੁੰਦਾ ਇਸ ਕੰਮ ਵਿੱਚ, ਇਹਦੇ 'ਚ ਫਾਇਦਾ ਹੀ ਹੈ। ਇਹਨਾਂ ਕੇ ਕਰਜ਼ ਲੈ ਕੇ ਕੰਮ ਕੀਤਾ ਸੀ, ਕੰਮ ਕੀਤਾ ਹੈ ਜਾਂ ਫਿਰ ਕਿਸ਼ਤਾਂ ਤੇ ਲੈ ਕੇ ਕੰਮ ਕੀਤਾ? ਕਿਸ਼ਤਾਂ ਤੇ ਲੈ ਕੇ। ਹੋਰ ਕੀ ਵਜ੍ਹਾ ਹੋ ਸਕਦੀ ਹੈ? ਕੰਮ ਨੂੰ ਨਾ ਸਮਝਣਾ ਵੀ ਇੱਕ ਵਜ੍ਹਾ? ਨਾ ਸਮਝਣ ਦੀ ਵਜ੍ਹਾ ਨਹੀਂ, ਸਮਝ ਸਾਰੀ ਯਾਰ ਬੰਦੇ ਨੂੰ, ਅੱਛਾ, ਲੇਕਿਨ ਸਿਰਫ 2 ਬਿਮਾਰੀਆਂ ਨੇ ਜਿਹੜੀਆਂ ਅੱਗੋਂ ਬੰਦਾ ਪੈਸੇ ਦੇ ਨਹੀਂ ਸਕਦਾ, ਅੱਛਾ, ਕਰਜ਼ਾ ਦੇ ਨਹੀਂ ਸਕਦਾ। ਇਹਦੀ ਵਜ੍ਹਾ ਨਾਲ ਫਿਰ ਕੋਈ ਮਾਰ ਛੱਡਦਾ, ਕੋਈ ਅੱਗੇ ਪਿੱਛੇ ਕਰ ਛੱਡਦਾ, ਕੋਈ ਰੋੜ ਛੱਡਦਾ, ਕੋਈ ਕੁਝ ਕਰ ਛੱਡਦਾ। ਲੇਕਿਨ ਇਹ ਫਾਇਦੇਮੰਦ ਹੈ, ਨੁਕਸਾਨਮੰਦ ਕੋਈ ਨਹੀਂ। ਸਹੀ ਹੋ ਗਿਆ। ਮੱਝਾਂ ਲੈਣ ਲੱਗਿਆ ਕਿਹੜੀ ਗੱਲ ਦਾ ਧਿਆਨ ਰੱਖੀਏ? ਮੱਝਾਂ ਲੈਣ ਲੱਗਿਆ ਧਿਆਨ ਰੱਖਣਾ ਤੁਸੀਂ ਇੱਕ ਤੇ ਮੱਝ ਦੇ ਥਣ ਦੇਖਣੇ ਨੇ, ਠੀਕ ਹੈ। ਫਿਰ ਉਹਨੂੰ ਚੋ ਕੇ ਵੇਖਣਾ ਪਏ ਫੁਹਾਰਾ ਤੇ ਨਹੀਂ ਮਾਰਦੀ, ਥਾਣੇ ਦਾ ਖਿਲਰਦਾ ਤੇ ਨਹੀਂ। ਯਾਨੀ ਫਿਰ ਦੱਸਿਓ ਕਿ ਉਹ ਥਣ ਫੁਹਾਰੇ ਵਾਂਗਰਾ ਪਾੜਦਾ ਉਹ ਨਾ ਹੋਏ। ਉਹ ਨਾ ਹੋਵੇ, ਅਗਰ ਉਹ ਹੋਏਗਾ ਤਾਂ ਫਿਰ ਕੀ ਹੋਏਗਾ? ਫਿਰ ਉਹ ਮੱਝ ਵਿਖਦੀ ਨਹੀਂ। ਅੱਛਾ, ਯਾਨੀ ਉਹ ਇੱਕ ਖਰਾਬੀ ਹੈ। ਉਹ ਇਹਦੇ 'ਚ ਖਰਾਬੀ ਹੈ, ਫਿਰ ਉਹ ਮੱਝ ਵਿਖਦੀ ਨਹੀਂ। ਸਹੀ ਹੋ ਗਿਆ। ਹੋਰ ਦੂਜੇ ਨੰਬਰ ਤੇ ਆ ਪਰ ਉਹਦਾ ਕੋਈ ਥਣ ਘੱਟ ਨਹੀਂ ਹੋਣਾ ਚਾਹੀਦਾ। ਘੱਟ ਤੋਂ ਮੁਰਾਦ? ਮਸਲਾ ਧਾਰਾਂ ਉਹਦੀਆਂ ਘੱਟ, ਦੁੱਧ ਘੱਟ ਹੋਵੇ। ਠੀਕ ਹੋ ਗਿਆ। ਦੁੱਧ ਘੱਟ ਨਹੀਂ ਹੋਣਾ ਚਾਹੀਦਾ, ਥਣ ਉੱਚਾ ਨੀਵਾਂ ਨਹੀਂ ਹੋਣਾ ਚਾਹੀਦਾ। ਉੱਚਾ ਨਹੀਂ ਹੋਣਾ। ਹੋਰ ਬਾਕੀ ਠੀਕ ਹੁੰਦਾ ਮਸਲਾ ਸਾਰਾ ਹੀ। ਸਹੀ ਹੈ। ਜਦੋਂ ਇੱਕ ਬੰਦਾ ਨਵੀਂ ਮੱਝ ਲੈਣ ਜਾਂਦਾ ਹੈ ਤੇ ਉਹ ਕਹਿੰਦੇ ਨੇ ਜੀ ਇਹਨੂੰ ਚੋ ਕੇ ਵੇਖ ਲਓ, ਤੇ ਬੰਦਾ ਚੋਂਦਾ ਵੀ ਹੈ। ਚੋਣ ਲੱਗਿਆ ਹੋਰ ਕਿਹੜੀ ਚੀਜ਼ ਵੇਖਣੀ ਹੈ? ਧਾਰਾਂ ਤੋਂ ਇਲਾਵਾ ਦੁੱਧ ਜਿਹੜਾ ਉਹਦੀ ਮਿਕਦਾਰ ਹੈ, ਜਾਂ ਹੋਰ ਕੀ ਚੀਜ਼ ਵੇਖਣੀ ਹੈ? ਦੁੱਧ ਦੇ ਅੱਗੇ ਫਿਰ ਆਪਣੇ ਨਸੀਬ ਦਾ ਹੁੰਦਾ, ਕਈ ਮੱਝਾਂ ਥੋੜਾ ਦਿੰਦੀਆਂ ਨੇ, ਕਈ ਬਹੁਤਾ ਦਿੰਦੀਆਂ ਨੇ। ਅੱਛਾ, ਜਿਹੜੇ ਵਪਾਰੀ ਹੁੰਦੇ ਨੇ ਉਹਨਾਂ ਨੇ ਬੇਸਿਕਲੀ ਮੱਝਾਂ ਰੱਖੀਆਂ ਹੁੰਦੀਆਂ ਨੇ ਸਹੀ। ਜਦੋਂ ਅਸੀਂ ਮੱਝਾਂ ਲਿਆਉਂਦੇ ਹਾਂ, ਅਸੀਂ ਉਹ ਸੇਵਾ ਨਹੀਂ ਕਰ ਪਾਉਂਦੇ। ਅਸੀਂ ਆਨੇ ਆ ਜੀ ਵਪਾਰੀ ਨੇ ਸਾਡੇ ਨਾਲ 2 ਨੰਬਰੀ ਕੀਤੀ, ਉੱਥੇ 12 ਕਿਲੋ ਦੁੱਧ ਹੀ ਸਾਡੇ ਕੋਲ ਆ ਕੇ 8 ਹੋ ਗਿਆ। ਉਹਦੀ ਕੀ ਵਜ੍ਹਾ ਹੈ? ਵਪਾਰੀ ਨੇ ਮੱਝ ਸਾਹਮਣੇ ਹੁੰਦੀ ਹੈ, ਉਹਨੇ ਵੰਡਾ ਪਾਣਾ ਹੁੰਦਾ, ਮੈਂ ਇਹਨੂੰ ਟਾਈਮ ਨਾਲ ਨਵਾ ਲੈਣਾ, ਟਾਈਮ ਨਾਲ ਪੱਠੇ ਪਾਣੇ, ਅੱਛਾ, ਟਾਈਮ ਨਾਲ ਚੋਣੀ, ਅੱਛਾ, ਉਹਦੀ ਸਾਂਭ ਜਿਹੜੀ ਹੈ ਉਹਨੇ ਸਹੀ ਕਰਨੀ ਹੈ। ਠੀਕ ਹੈ। ਤੇ ਜਦੋਂ ਅੱਗੇ ਕਿਸੇ ਜ਼ਿਮੀਂਦਾਰ ਕੋਲ ਟੁਰ ਜਾਣੀ, ਉਹਨੇ ਸਵੇਰੇ ਬੰਨ੍ਹ ਛੱਡਣੀ ਹੈ, 3 ਵਜੇ ਖੋਲ ਕੇ ਪੱਠੇ ਪਾਣੇ ਨੇ, ਹਾਂ, ਉਹਨੇ ਆਪਣੇ ਆਪ ਹੀ ਦੁੱਧ ਘੱਟ ਜਾਣਾ। ਬਿਲਕੁਲ ਹੋ ਗਿਆ। ਯਾਨੀ ਇੱਕ ਵਜ੍ਹਾ ਤੇ ਹੈ। ਇਹ ਵਜ੍ਹਾ। ਤੁਹਾਡੀ ਨਜ਼ਰ 'ਚ ਸਭ ਤੋਂ ਅੱਛਾ ਵੰਡਾ ਕਿਹੜਾ ਅੱਜ ਸੱਚੀ ਤੇ ਖਰੀ ਗੱਲ ਕਰਨੀ ਜੇ? ਸਭ ਤੋਂ ਅੱਛਾ ਵੰਡਾ ਕਣਕ ਤੇ ਮਕਈ, ਤੇ ਬਾਕੀ ਸਭ 2 ਨੰਬਰ।
ਬਾਕੀ ਸਭ ਝੂਠ ਹੈ। ਬਾਕੀ ਸਭ ਝੂਠ ਹੈ। ਕਿਸੇ 'ਚ ਬੂਰਾ ਰਲਿਆ ਦਾ, ਕਿਸੇ 'ਚ ਫਾਕਰ ਰਲੀ ਹੈ, ਕਿਸੇ 'ਚ ਆਲੂ ਰਲੇ ਨੇ, ਕਿਸੇ 'ਚ ਸੂਰਜਮੁਖੀ ਰਲਿਆ ਦਾ, ਚੋਕਰ ਤੱਕ ਬਲਕੇ ਹਾਂ ਔਰ ਕੋਈ ਬੰਦਾ ਨਹੀਂ, ਸਭ ਨੁਕਸਾਨ ਦੇਣੀ ਹੈ। ਬਹੁਤਾ ਮਾਲ ਬਿਮਾਰ ਹੀ ਇਹ ਬੰਦੇ ਨਾਲ ਹੁੰਦਾ। ਅੱਛਾ ਜਿਸ ਬੰਦੇ ਨੇ ਇਹ ਖਲ ਪਾਣੀ ਹੈ ਮਈਆਂ ਨੂੰ, ਹਾਂ ਮਿੱਠੀ ਖਲ, ਜੀ ਉਹ ਤੇ ਥਣ ਵੀ ਲਾ ਜਾਂਦੀ ਹੈ ਤੇ ਮਾਲ ਵੀ ਬਿਮਾਰ ਕਰ ਛੱਡਦੀ ਹੈ। ਇਹ ਜਿਹੜੀ ਮਿੱਠੀ ਖਾ ਲੈ। ਮਿੱਠੀ ਖਲ ਹੈ ਜਿਹੜੀ। ਅੱਛਾ ਜੀ, ਹਾਂ, ਇਹ ਤੁਹਾਡੇ ਤਜਰਬੇ ਚ ਆਈਏਗਾ। ਸਾਡੇ ਤਜਰਬੇ 'ਚ ਤੇ ਫਿਰ ਕੀ ਕਰੀਏ ਹੁਣ, ਕੀ ਉਹਦਾ ਇਲਾਜ ਕੀ ਕਰੀਏ? ਉਹਦਾ ਇਲਾਜ ਕੁਝ ਵੀ ਨਹੀਂ। ਬੰਦਾ 2 ਨੰਬਰ ਹੀ ਫੈਕਟਰੀ ਵਾਲੇ ਕਰਨੋਂ ਮੁੜਦੇ ਨਹੀਂ। ਇਲਾਜ ਉਹਦਾ ਕੋਈ ਵੀ ਨਹੀਂ। ਇਲਾਜ ਕੀ ਹੈ? ਇਲਾਜ ਉਹਦਾ ਕੋਈ ਹੋ ਨਹੀਂ ਸਕਦਾ। ਕੀ ਇਲਾਜ ਕਰੀ, ਕੀ ਹੱਲ ਕੱਢੀਏ? ਇਲਾਜ ਤੋਂ ਮੁਰਾਦ ਹੱਲ ਕੀ ਕਰੀਏ ਉਹਦਾ? ਹੱਲ ਹੈ ਇਹ ਉਹਨਾਂ ਨੂੰ ਰੋਕਿਆ ਜਾਏ। ਨਹੀਂ ਉਹਨਾਂ ਨੂੰ ਛੱਡੋ, ਹਾਂਜੀ, ਅਸੀਂ ਆਪਣੇ ਉਹੀ ਉਹ ਵੱਡਾ ਨਾਂ ਲਈਏ ਤੇ ਫਿਰ ਅਸੀਂ ਕਣਕ ਦਾ ਦਲੀਆ ਵਗੈਰਾ ਪਾ ਲਈਏ, ਔਰ ਦੂਸਰੀ ਕਿਹੜੀ ਚੀਜ਼ ਦੱਸੀ ਜੇ? ਮਕਈ। ਮਕਈ। ਇਹਨਾਂ ਦੋਵਾਂ ਨੂੰ ਰਲਾ ਕੇ ਪਾ ਲਈਏ। ਬਿਲਕੁਲ ਇਲਾਜ ਕਿੰਨੀ ਹੋਣੀ ਚਾਹੀਦੀ ਹੈ ਦੋਏ? ਇਹ ਕੰਮ ਦੇ ਕੰਮ ਵੀ 2-3 ਕਿਲੋ ਮਹਿੰਦੀ ਹੋਣੀ ਚਾਹੀਦੀ ਹਿੱਸੇ ਦੀ। ਇੱਕ ਮੱਝ ਦੇ ਹਿੱਸੇ ਚ ਦੋਏ ਚੀਜ਼ਾਂ 2-3 ਕਿਲੋ ਹੋਣ ਇੱਕ ਟਾਈਮ। ਇੱਕ ਟਾਈਮ ਦੇ ਨਾਲ ਤਾਰਾ ਮੀਰਾ ਪਾਇਆ ਜਾਏ। ਕੀ ਬਾਤ ਹੈ। ਜਵਾਂ, ਜਿਹਨੂੰ ਲੋਕ ਜਵਾਂ ਕਹਿੰਦੇ ਨੇ। ਜਵਾਂ। ਹਾਂ, ਯਾਨੀ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਅਗਰ 1.5 ਕਿਲੋ ਕਣਕ ਹੋਏ, 1.5 ਕਿਲੋ ਮਕਈ ਮਕਈ ਹੋਇਆ ਤੇ ਨਾਲ ਵਿੱਚ ਕੋਈ ਅੱਧਾ ਕਿਲੋ ਤਾਰਾ ਮੀਰਾ ਪਾ ਲਈਏ, ਇਹ ਇੱਕ ਬਿਹਤਰੀਨ ਵੰਡਾ ਹੈ। ਬਿਹਤਰੀਨ ਬੰਦਾ। ਇਹਦਾ ਫਾਇਦਾ ਕੀ ਹੋਏਗਾ? ਇਹਦਾ ਫਾਇਦਾ ਹੋਏਗਾ ਕਿ ਮੱਝ ਤੰਦਰੁਸਤ ਰਹੇਗੀ। ਅੱਛਾ, ਤਾਰੇ ਮੀਰੇ ਨਾਲ ਮੱਝ ਤੰਦਰੁਸਤ ਰਹੇਗੀ ਹਾਂ। ਔਰ ਦੁੱਧ ਮੈਂ ਆਪਣੇ ਮਕਦਾਰ ਨਾਲ ਪੂਰਾ ਦੇਗੀ। ਦੁੱਧ ਇਹਦੇ ਨਾਲ ਵੱਧਦਾ ਵੀ ਹੈ ਵੱਧਦਾ ਵੀ? ਜਾਂ ਸਿਰਫ ਮਿਕਦਾਰ ਘੱਟ? ਨਹੀਂ ਵੱਧਦਾ ਦੁੱਧ ਇਹਦੇ ਨਾਲ। ਵੱਧਦਾ ਵੀ ਹੈ। ਅੱਛਾ, ਤੁਸੀਂ ਉਹਨਾਂ ਕਿਸਾਨਾਂ ਨੂੰ ਇੱਕ ਮਸ਼ਵਰਾ ਦੇਣਾ ਔਰ ਸਮਝਾਉਣਾ ਹੈ ਕਿ ਯਾਰ ਅਗਰ ਖਲ ਚੋਖਰ ਤੋੜੀ ਵੰਡਾ ਸੀ ਜਾਂ ਜਾ ਕੇ ਲੈਂਦੇ ਆ ਮਸਨੂਈ ਜਿਹੜਾ ਬਣਦਾ, ਉਹਦੀ ਬਜਾਏ ਅਗਰ ਅਸੀਂ ਸਾਲ ਦਾ ਆਪਣਾ ਵੰਡਾ ਪਾ ਲਈਏ, ਜਦੋਂ ਕਣਕ ਆਉਂਦੀ ਹੈ ਨਵੀਂ ਜਾਂ ਫਿਰ ਮਕਈ ਆਉਂਦੀ ਹੈ, ਤੇ ਉਹਨਾਂ ਨੂੰ ਜ਼ਰਾ ਤੁਸੀਂ ਸਮਝਾਓ ਕਿ ਇਹ ਕੰਮ ਕਰਨਾ ਚਾਹੀਦਾ, ਤਾਂ ਕਿ ਉਹਨਾਂ ਨੂੰ ਜ਼ਰਾ ਦੱਸੋ ਉਹ ਇਹ ਕੰਮ ਕਰਨ। ਦੂਜੇ 'ਚ ਨੁਕਸਾਨ ਹੈ, ਇਹਦੇ 'ਚ ਫਾਇਦਾ ਹੈ, ਤੇ ਉਹ ਇਹ ਕੰਮ ਕਿਸ ਤਰ੍ਹਾਂ ਕਰਨ, ਯਾਨੀ ਕਿਸ ਤਰ੍ਹਾਂ ਇਕੱਠਾ ਕਰ ਲੈਣ, ਕਦੋਂ ਕਰਨ? ਉਹ ਦੇਖੋ ਜੀ, ਇਹ ਹਰ ਬੰਦੇ ਨੂੰ ਪਤਾ ਹੈ। ਜਿੰਨੇ ਮਾਲ ਵਾਲੇ ਬੰਦੇ ਨੇ ਨਾ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ। ਤੇ ਫਿਰ ਕਿਉਂ ਨਹੀਂ ਇਕੱਠਾ ਕਰਦੇ? ਲੇਕਿਨ ਉਹ ਆਪਣੀ ਜੇਬ ਇਜਾਜ਼ਤ ਨਹੀਂ ਦਿੰਦੀ। ਅੱਛਾ, ਜੇਬ ਦੀ ਗੱਲ ਹੈ। ਜੇਬ ਦੀ ਗੱਲ ਹੈ, ਜੇਬ ਇਜਾਜ਼ਤ ਨਹੀਂ ਦਿੰਦੀ। ਪਰ ਮੈਂ ਹੁਣ ਇਕੱਠੀ ਕੋਈ 100 ਮਣ ਕਣਕ, 200 ਮਣ ਕਣਕ ਲੈ ਕੇ ਰੱਖ ਲਾਂ, ਜਾਂ ਮਕਈ ਕੋਈ 200 ਮਣ ਲੈ ਕੇ ਰੱਖ ਲਾਂ। ਅੱਛਾ, ਲੇਕਿਨ ਉਹ ਮਜਬੂਰੀਆਂ ਕਈ ਹੁੰਦੀਆਂ ਨਾ, ਉਹ ਬੰਦਾ ਲੈ ਨਹੀਂ ਸਕਦਾ। ਅੱਛਾ, ਯਾਨੀ ਤੁਹਾਡਾ ਐਵੇਂ ਕਿ ਉਹ ਨਾਲੋਂ ਨਾਲ ਦੁੱਧ ਆਂਦਾ ਜਾਂਦਾ, ਤਾਂ ਨਾਲ ਫਿਰ ਮਜਬੂਰੀ ਬਣ ਜਾਂਦੀ, ਹਾਂਜੀ, ਤਾਂ ਬਸ ਨਹੀਂ ਲਿਆ ਜਾਂਦਾ। ਪਰ ਅਗਰ ਉਹ ਤੁਹਾਡੀ ਗੱਲ ਮੰਨ ਕੇ ਲੈ ਲੈਣ ਤਾਂ ਉਹਨਾਂ ਨੂੰ ਫਾਇਦਾ ਨੁਕਸਾਨ ਕੋਈ ਨਹੀਂ। ਹੁਣ ਵੇਖੋ ਨਾ, ਮਜਬੂਰ ਬੰਦਾ ਇਹ ਹੁੰਦਾ ਕਿ ਉਹ 2000 ਦਾ 3000 ਦਾ ਦੁੱਧ ਵੇਚਦਾ, ਉਹ 1500 ਦਾ ਮਈਆਂ ਦਾ ਵੰਡਾ ਲੈ ਆਉਂਦਾ। ਕੋਈ ਆਪਣਾ ਘਰ ਖਾ ਲੈਂਦਾ, ਰੋਜ਼ ਦਾ ਕੰਮ ਚੱਲਦਾ ਰਹਿੰਦਾ। ਤੁਸੀਂ ਇਕੱਠਾ ਨਹੀਂ ਲੈ ਸਕਦਾ। ਤੁਸੀਂ ਕਿੰਨੇ ਡੰਗਰਾਂ ਤੋਂ ਕੰਮ ਸ਼ੁਰੂ ਕੀਤਾ ਹੈ? ਅਸੀਂ ਸਮਝੋ 2 ਤੋਂ ਸ਼ੁਰੂ ਕੀਤਾ ਸੀ। ਤੇ ਹੁਣ ਮਾਸ਼ਾਅੱਲਾ ਤੁਹਾਡੇ ਕੋਲ ਕਿੰਨੇ ਨੇ? ਹੁਣ ਮੇਰੇ ਹਾਲ 18-20 ਨੇ। 18-20 ਕਿੰਨੇ ਸਾਲਾਂ ਚ ਬਣਾਏ ਜੇ? ਇਹ ਤਾਂ ਵਾਵਾ ਹੀ ਸਾਲ ਲੱਗ ਗਏ ਨਾ। ਲੇਕਿਨ ਤੁਹਾਡੇ ਕੋਲ ਜਾਜੂ ਵੀ ਹੋਣਗੇ ਨਾ, ਛੋਟੇ ਵੱਡੇ, ਗਾਈਆਂ ਗੁਈਆਂ ਕੋ ਪਾ ਕੇ? ਆ ਜਾ ਵੀ ਹੁੰਦੇ ਨਾ, ਜਾ ਵੇਸ਼ਬੂ ਛੱਡਦੇ ਨੇ, ਜਾ ਰੱਖਦੇ ਨਹੀਂ ਇਹਦੇ। ਇਹ ਦੱਸਿਓ ਕਿ ਤੁਹਾਡਾ ਮਾਸ਼ਾਅੱਲਾ ਦੋਵਾਂ ਟਾਈਮਾਂ ਦਾ ਦੁੱਧ ਕਿੰਨਾ ਹੋ ਜਾਂਦਾ? ਲਹਿਰੀਆਂ ਮੱਝਾਂ ਦਾ, ਲਹਿਰੀਆਂ ਖਾਂਗੜੀਆਂ ਸਾਰੀਆਂ? ਦੁੱਧ ਐਸਲੇ ਤੇ ਸਾਡੇ ਕੋਲ 1.5 ਮਾਣੀ ਹੈ। ਖਾਂਗੜੇ ਮਾਲ ਆ ਸਾਰਾ। ਕਿੰਨੇ ਰੁਪਏ ਕਿਲੋ ਇੱਥੇ ਵਿਕਦਾ ਪਿਆ? ਇੱਥੇ 80 ਰੁਪਏ ਕਿਲੋ ਵਿਕਦਾ ਪਿਆ। ਦੋਏ ਗੋਕਾ ਮਾਲੀਆਂ ਸਿਰਫ ਹੈ? ਨਹੀਂ, ਗੋਕਮ ਵਾਜਾ ਇੱਕ ਹੀ। ਤੇ ਕੀ ਗੱਲ ਹੈ ਕਿ 100 ਰੁਪਏ ਕਿਲੋ ਨਹੀਂ ਆਤੇ? ਲੇਕਿਨ ਇੱਥੇ ਲੋਕਾਂ ਸ਼ਹਿਰ ਖੜਨਾ ਹੁੰਦਾ ਨਾ, ਸਿਆਲਕੋਟ ਜਾ ਕੇ ਵੇਚਣਾ। ਜਿਹਨੇ ਖੜਨਾ ਉਹਨੇ ਵੀ ਅਕਸਰ ਵਿੱਚੋਂ ਤੇਲ ਛਲ ਪਾਣਾ, ਵੇਚਣਾ ਜਾ ਕੇ। ਅਗਰ ਇਹ ਕੰਮ ਕਰਨਾ ਚਾਹੇ, ਉਹਨੂੰ ਕੀ ਤੁਸੀਂ ਮਸ਼ਵਰਾ ਦੇਵੋਗੇ ਕਿ ਉਹ ਮੱਝਾਂ ਜਿਹੜੀਆਂ ਨੇ ਕਿਹੜੀਆਂ ਲੈ, ਲਹਿਰੀਆਂ ਲੈ ਜਾਂ ਖਾਂਗੜੀਆਂ ਲੈ? ਨਹੀਂ, ਲੈ ਰਹੀਆਂ ਲੈ। ਕਿੰਨੀਆਂ ਲੈ ਔਰ ਕਿਹੜੀ ਨਸਲ ਦੀਆਂ ਲੈ? ਨਸਲ ਦੀਆਂ ਮੱਝਾਂ ਲੈਣੀਆਂ ਤੇ ਉਧਰੋਂ ਕਿਤੇ ਜਾ ਕੇ ਕਾੜੇ ਵਾਲੋ ਪੂਰੇ ਬਿਹਾੜੀ ਵਾਲੋਂ ਲਵੇ ਜਾ ਕੇ। ਸਹੀ ਹੈ। ਹਾਂ, ਤੇ ਖਾਂਗੜੀਆਂ ਲਵੇਗਾ ਤੇ ਉਹਦੇ 'ਚ ਵੀ ਫਾਇਦਾ ਹੋਏਗਾ। ਅੱਛਾ, ਉਹ ਮਸਲਨ ਲੱਖ ਦੀ ਲੈਣੀ ਹੈ, 2 ਲੱਖ ਦੀ ਸੂਣ ਵਾਲੀ ਵਿਕ ਜਾਣੀ। ਹੁਣ ਇਹ ਦੱਸਿਓ ਕਿ ਅਗਰ ਸਾਡੇ ਕੋਲ 10 ਕ ਮੱਝਾਂ ਨੇ, 10 ਮੱਝਾਂ ਤੇ ਕਿੰਨੇ ਬੰਦੇ ਵਾਰਾ ਖਾਂਦੇ ਨੇ? ਕਿੰਨੇ ਬੰਦੇ ਸਾਂਭ ਸਕਦੇ ਨੇ? ਬੰਦੇ ਕਮ ਦੇ ਕਮ ਵੀ 2 ਲਾਜ਼ਮੀ ਚਾਹੀਦੇ ਨੇ। 10 ਮੱਝਾਂ ਤੇ 10 ਬੰਦੇ। ਇੱਕ ਬੰਦਾ ਨਹੀਂ ਵਾਰਾ ਖਾਂਦਾ? ਇੱਕ ਨਹੀਂ ਬੰਦਾ ਨਹੀਂ ਖਾਂਦਾ। 10 ਮੱਝਾਂ ਵਾਸਤੇ ਕਿੰਨੀ ਪੈਲੀ ਹੋਏ? ਪਹਿਲੀ ਕਮ ਦੇ ਕਮ ਵੀ 5 ਕਿੱਲੇ ਹੋਣੀ ਚਾਹੀਦੀ, ਤਾਂ ਕਿ 2 ਸੀਜ਼ਨ ਲੰਘ ਜਾਣ। 2 ਸੀਜ਼ਨ ਹੋਣ। ਜਿਨ੍ਹਾਂ ਬੰਦਿਆਂ ਦੀ ਆਪਣੀ ਪੈਲੀ ਨਹੀਂ, ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ? ਉਹਨਾਂ ਵਾਸਤੇ ਔਖਾ ਹੈ। ਔਖਾ। ਅਗਰ ਉਹ ਮੱਝਾਂ ਬੜੀਆਂ ਆਲਾ ਨਸਲ ਦੀਆਂ ਲੈ ਲੈਂਦੇ ਨੇ, ਹਾਂਜੀ, ਔਰ ਬੰਨ ਕੇ ਉਹਨਾਂ ਨੂੰ ਪੱਠੇ ਪਾਉਂਦੇ ਨੇ, ਕੰਮ ਚੱਲ ਸਕਦਾ? ਨਹੀਂ ਚੱਲ ਸਕਦਾ। ਤੁਸੀਂ ਮੱਝਾਂ ਚਾਰਦੇ ਵੀ ਹੋ? ਹਾਂ, ਚਾਰਨੇ। ਕਿੰਨੀ ਦੇਰ ਚਾਰਦੇ ਹੋ? ਇਹ ਕੋਈ 2-3 ਘੰਟੇ ਸਵੇਰੇ ਚਾਰਦੇ ਨੇ। ਉਹ ਪੱਠਾ ਬਚਾਈ ਜਾਂਦੀਆਂ ਨੇ ਫਿਰ ਕੁਝ? ਪੱਠਾ ਬਚਾਉਂਦੀਆਂ। ਤੇ ਕੁਝ ਤੁਹਾਡੀਆਂ ਮੱਝਾਂ ਵਿੱਚ ਲਿੱਸੀਆਂ ਵੀ ਨੇ, ਹਾਂਜੀ, ਮਾੜੀਆਂ ਵੀ ਨੇ, ਉਹਦੀ ਕੀ ਵਜ੍ਹਾ? ਵਜ੍ਹਾ ਇਹੋ ਹੀ ਹੁੰਦੀ ਹੈ, ਮੱਝ ਚੋਂਦਿਆਂ ਚਾਹੁੰਦੇ ਸੂਣ ਵਾਲੀ ਮੱਝ ਜਿਹੜੀ ਹੋ ਜਾਂਦੀ ਹੈ, ਖਾਂਗੜੀ ਹੋ ਜਾਂਦੀ ਹੈ, ਲਿੱਸੀ ਹੋ ਜਾਂਦੀ ਹੈ। ਜੇ ਮੁੜ ਸੂਣ ਵਾਲੀ ਹੋ ਜਾਂਦੀ, ਤਗੜੀ ਹੋ ਜਾਂਦੀ ਹੈ। ਕੋਈ ਪੱਠਿਆਂ ਦੀ ਕਮੀ ਪੇਸ਼ੀ ਆ ਜਾਂਦੀ ਵਿੱਚ। ਤੇ ਮੱਝ ਅਗਰ ਲਿੱਸੀ ਹੋਈ ਹੈ ਤੇ ਦੁੱਧ 'ਚ ਫਰਕ ਪੈ ਜਾਂਦਾ? ਨਹੀਂ, ਦੁੱਧ ਨਹੀਂ ਫਰਕ ਪਾਉਂਦੀ। ਦੁੱਧ ਨਹੀਂ ਪਾਉਂਦੀਆਂ? ਮੱਝ ਲਿੱਸੀ ਹੋਈ ਹੁੰਦੀ ਹੈ ਜਿਹੜਾ ਦੁੱਧ ਦਿੰਦੀ ਹੈ।
ਅੱਛਾ, ਯਾਨੀ ਦੁੱਧ ਦੇਣ ਵਾਲੀ ਮੱਝ ਲਿੱਸੀ ਲਿੱਸੀ ਹੁੰਦੀ ਹੈ, ਤੇ ਜਿਹੜੀ ਦੁੱਧ ਨਹੀਂ ਦਿੰਦੀ ਹੁੰਦੀ ਉਹ ਠੀਕ ਉਹ ਤਗੜੀ ਰਹਿੰਦੀ ਹੈ। ਅੱਛਾ, ਯਾਨੀ ਲਿੱਸਾ ਹੋਣਾ ਵੀ ਇਹਨਾਂ ਦੇ ਦੁੱਧ ਦੀ ਅਲਾਮਤ ਹੈ। ਦੁੱਧ ਦੀ ਲਾਮਤ ਹੈ। ਲੇਕਿਨ ਮੈਂ ਪੁੱਛਣਾ ਚਾਹ ਰਿਹਾ ਕਿ ਇੱਕ ਮੱਝ ਦੁੱਧ ਦਿੰਦੀ ਹੈ ਵੀ ਉਹ ਲਿੱਸੀ ਹੋ ਗਈ ਹੈ ਤੇ ਉਹਦਾ ਦੁੱਧ ਘੱਟ ਤੇ ਨਹੀਂ ਹੋਏਗਾ? ਨਹੀਂ ਨਹੀਂ ਕੋਈ ਨਹੀਂ, ਦੁੱਧ ਉਹਦਾ ਹੋਣਾ ਹੀ ਹੋਏਗਾ, ਠੀਕ ਹੋ ਗਿਆ। ਦੁੱਧ ਨਹੀਂ ਘਟਦਾ। ਕੁਝ ਡੰਗਰ ਇਹ ਮਿੱਠਾ ਜ਼ਹਿਰਬਾਦ ਹੁੰਦਾ ਇੱਕ, ਕੁਝ ਡੰਗਰ ਖਾਈ ਜਾਂਦੇ ਨੇ ਪੱਠੇ ਲੇਕਿਨ ਉਹਨੂੰ ਲੱਗਦਾ ਨਹੀਂ, ਉਹਦਾ ਫਿਰ ਕੀ ਇਲਾਜ ਕਰੀਏ? ਉਹਦਾ ਇਲਾਜ ਇਹ ਉਹਨੂੰ ਕੀ ਕਿਰਮ ਵਾਲੀ ਦਵਾਈ ਦੇਈਦੀ ਹੈ। ਅੱਛਾ, ਉਹ ਕਿਰਮ ਹੁੰਦੇ ਨੇ ਦਰਦ? ਉਹਦੇ ਅੰਦਰ ਕਿਰਮ ਹੁੰਦੇ ਨਾ, ਹਾਂ ਕਿਰਮ ਵਾਲੀ ਦਵਾਈ ਦੇਈਦੀ ਹੈ। ਠੀਕ ਹੈ। ਇੱਕ ਦੋ ਵਾਰੀ ਦਵਾਈ ਦੇਈਦੀ ਹੈ, ਮੈਂ ਅੰਦਰੋਂ ਸਾਫ਼ ਹੋ ਜਾਂਦੇ, ਕਿਰਮ ਮਰ ਜਾਂਦੇ ਨੇ, ਮਰ ਸੱਟ ਹੋ ਜਾਂਦੀ ਹੈ। ਅੱਛਾ, ਸਹੀ ਹੋ ਗਿਆ। ਕੋਈ ਐਸਾ ਮਸ਼ਵਰਾ ਸਾਨੂੰ ਦਵੋ ਜਿਹੜਾ ਲੋਕਾਂ ਦੇ ਕੰਮ ਆਏ, ਕਿਸੇ ਦਾ ਨੁਕਸਾਨ ਨਾ ਹੋਏ। ਕਿਸੇ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ, ਉਹਨੂੰ ਕੀ ਕਹੋਗੇ ਬਈ ਇਹ ਕੰਮ ਕਰ ਲਈ, ਤੇਰਾ ਨੁਕਸਾਨ ਨਹੀਂ ਹੋਏਗਾ? ਅਗਰ ਤਾਂ ਕੰਮ ਕੋ ਬੰਦਾ ਆਪਣੀ ਨੀਅਤ ਨਾਲ ਕਰੇ, ਸਹੀ ਕਰੇ, ਤੇ ਨੁਕਸਾਨ ਕੋਈ ਨਹੀਂ। ਅੱਛਾ, ਹਾਂ, ਤੇ ਜੇ ਇਹਦੇ 'ਚ ਬੰਦਾ ਲਾਪਰਵਾਹੀ ਕਰੇ ਤਾਂ ਫਿਰ ਨੁਕਸਾਨ ਹੀ। ਠੀਕ ਹੋ ਗਿਆ। ਸਰ ਤੁਹਾਡੇ ਪੂਰੇ ਇਲਾਕੇ 'ਚ ਨਾ ਇਹੋ ਜਿਹਾ ਸ਼ੈੱਡ ਲੱਗਾ ਹੈ, ਇਹ ਕਾਨੇ ਛਾਨੇ ਪਾ ਕੇ ਬਾਲੇ ਬੁਲੇ, ਇਹਦੀ ਕੋਈ ਖਾਸ ਵਜ੍ਹਾ ਹੈ? ਪੱਕਾ ਕਿਉਂ ਨਹੀਂ ਬਣਾਉਂਦੇ? ਵਜ੍ਹਾ ਕੋਈ ਨਹੀਂ ਦੀ, ਇਹੋ ਹੀ ਵਜ੍ਹਾ ਮਜਬੂਰੀ ਹੈ। ਅੱਛਾ, ਸਿਆਲ 'ਚ ਨਵਾਂ ਬਣਾ ਲੈਨੇ ਆ, ਫਿਰ ਛਮਾਈ ਕੱਢ ਲੈਨੇ ਆ, ਛਮਾਈ ਤੋਂ ਬਾਅਦ ਫਿਰ ਪੁੱਟ ਕੇ ਫਿਰ ਨਵਾਂ ਬਣਾ ਲੈਨੇ। ਤੇ ਇਹ ਬਾਰ-ਬਾਰ ਬਣਾਉਣਾ ਬਿਹਤਰ ਨਹੀਂ ਕਿ ਤੁਸੀਂ ਅਗਰ ਇੱਥੇ ਲੋਹੇ ਦਾ ਬਣਾ ਛੜੋ ਜਾਂ ਫਿਰ ਕੋਈ ਹੋਰ ਬਣਾ ਛੜੋ? ਲੋਹੇ ਦਾ ਬਣਾਈਏ ਤਾਂ ਉਹ ਤਪਦਾ। ਤੇ ਅਗਰ ਲੋਹੇ ਦਾ ਬਣਾ ਕੇ ਉਹਦੇ ਉੱਤੇ ਕਾਨੇ ਛਾਨੇ ਸੁੱਟ ਲੈ ਜਾਣੀਆਂ, ਪਰਾਲੀ ਉੱਤੇ ਬੰਨ ਲਈ ਜਾਏ ਤੇ ਫਿਰ ਤੋਂ ਠੰਡਾ ਰਹਿੰਦਾ? ਉਹ ਤੇ ਸਾਰਾ ਆਪਣੀ ਉਸ ਹਿੱਤ ਨਾਲ ਹੀ ਬਣਨਾ ਨਾ, ਜੀ। ਮਤਲਬ ਨਹੀਂ ਕਿਸੇ ਕੋਲ ਨਹੀਂ, ਉਹਨੇ ਕਿੱਥੋਂ ਬਣਾਉਣਾ, ਉਹ ਫਿਰ ਇੰਝ ਹੀ ਗੁਜ਼ਾਰਾ ਕਰ ਲੈਂਦਾ। ਤੇ ਤੁਹਾਡੇ ਇਸ ਪੂਰੇ ਇਲਾਕੇ 'ਚ ਬਜਵਾਤ ਵਾਲੇ ਇਲਾਕੇ 'ਚ ਇਹੀ ਜ਼ਿਆਦਾ ਬਣੇ ਨੇ? ਹਾਂਜੀ, ਕੋਈ ਐਸਾ ਸਵਾਲ ਪੁੱਛਿਆ ਤੁਹਾਨੂੰ? ਐਸੇ ਵਾਸਤੇ ਲੋਕਾਂ ਜ਼ਿਆਦਾ ਬਣਾਏ ਨੇ ਨਾ, ਇਹ ਠੰਡਕ ਰਹਿੰਦੀ ਹੈ। ਸਹੀ ਹੈ। ਤੇ ਇਹ ਪੂਰਾ ਸੀਜ਼ਨ ਕੱਢ ਜਾਂਦੇ ਨੇ? ਪੂਰਾ ਸੀਜ਼ਨ ਕੱਢ ਤੇ ਖਰਚਾ ਕਿੰਨਾ ਹੁੰਦਾ? ਖਰਚਾ ਥੋੜਾ ਹੀ ਆਉਂਦਾ, ਬੜਾ ਜ਼ਿਆਦਾ ਆਏਗਾ, 10,000 ਆ ਜਾਏਗਾ। ਸਹੀ ਹੋ ਗਿਆ, ਠੀਕ ਹੈ, ਬਹੁਤ ਸ਼ੁਕਰੀਆ।